ਸ਼ੇਰੇ ਬਾ ਏ ਗੁਰੂ ਵਾਹਿਗੁਰੂ ਵਾਹਿਗੁਰੂ ਸੈਨਾ ਸਾਧ ਸਮੂਹ ਸੂਰ ਅਜਿਤੰ ਸਨਾਤਨ ਨਿਮਰਤਾ ਆਵਦਹ ਗੁਣ ਗੋਬਿੰਦ ਰਮਣੰ ਓਟ ਗੁਰ ਸ਼ਬਦ ਗੁਰ ਚਰਮਣੈ ਅਰੂੜ ਤੇ ਅਸਮਰਥ ਨਾਗੇ ਬੁਝੰਤੇ ਪ੍ਰਭ ਮਾਰ ਗਏ ਵਿਚਰਤੇ ਨਿਰਭੈੰ ਸਤਰ ਸੈਨਾ ਤਾਯੰਤੇ ਗੋਪਾਲ ਕੀਰਤਨ ਹੈ ਜਿਤ ਤੇ ਵਿਸ਼ਵ ਸੰਸਾਰ ਇਤ ਤੇ ਵਿਸ਼ਵ ਸੰਸਾਰ ਨਾਨਕ ਵਸੰ ਕ੍ਰੋਧ ਪੰਚ ਤਸਕਰੈ ਆਨੰਦ ਗੁਣ ਨਿਧਾਨ ਗੁਰੂ ਗਰੀਬ ਨਿਵਾਜ ਗਰੀਬ ਨਿਵਾਜ ਗਰੀਬ ਨਿਵਾਜ ਤੂੰ ਹੀ ਗਾਵਣਾ ਗਾਵਣਾ ਤੂੰ ਹੀ ਗਾਵਣਾ 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 ਰਹਿਣ ਦੇ ਨਿਸ ਪਰਵਾਤ ਰਹਿਣ ਦੇ ਨਿਸ ਪਰਵਾਤ ਤੂੰ ਹੈਗੀ ਗਾਵਣਾ ਰਹਿਣ ਦੇ ਨਿਸ ਪਰਵਾਤ ਤੂੰ ਹੈਗੀ ਗਾਵਣਾ ਤੂੰ ਹੀ ਗਾਵਣਾ ਗਾਵਣਾ ਤੂੰ ਹੀ ਗਾਵਣਾ ਤੂੰ ਹੀ ਗਾਵਣਾ ਗਾਵਣਾ ਤੂੰ ਹੀ
ਤੂੰ ਹੀ ਗਾਵਣਾ। ਕੀ ਜੰਤ ਸਰਵਤ ਕੀ ਜੰਤ ਸਰਵਤ ਨਉ ਤੇਰਾ ਧਿਆਵਣਾ। ਇਹ ਜੰਤ ਸਰਵਤ ਨਉ ਤੇਰਾ ਧਿਆਵਣਾ। ਤੂੰ ਹੀ ਗਾਵਣਾ ਗਾਵਣਾ। ਤੂੰ ਹੀ ਗਾਵਣਾ। ਤੂੰ ਹੀ ਗਾਵਣਾ ਗਾਵਣਾ। ਤੂੰ ਹੀ ਗਾਵਣਾ। ਤੂੰ ਦਾਤਾ ਦਾਤਾਰ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਕਾਵਣਾ। ਤੂੰ ਦਾਤਾ ਦਾਤਾਰ ਤੇਰਾ ਦਿੱਤਾ ਕਾਵਣਾ। ਤੂੰ ਹੀ ਗਾਵਣਾ ਗਾਵਣਾ। ਤੂੰ ਹੀ ਗਾਵਣਾ। ਤੂੰ ਹੀ ਗਾਵਣਾ ਗਾਵਣਾ। ਤੂੰ ਹੀ ਗਾਵਣਾ। ਭਗਤ ਜਨਾ ਕੈ ਸੰਗ ਭਗਤ ਜਨਾ ਕੈ ਸੰਗ ਪਾਪ ਗਵਾਵਣਾ। ਭਗਤ ਜਨਾ ਕੈ ਸੰਗ ਭਗਤ ਜਨਾ ਕੈ ਸੰਗ ਪਾਪ ਗਵਾਵਣਾ। ਤੂੰ ਹੀ ਗਾਵਣਾ ਗਾਵਣਾ। ਤੂੰ ਹੀ ਗਾਵਣਾ। ਤੂੰ ਹੀ ਗਾਵਣਾ ਗਾਵਣਾ। ਤੂੰ ਹੀ ਗਾਵਣਾ। ਨਾਨਕ ਸਦ ਬਲਿਹਾਰੇ ਨਾਨਕ ਸਦ ਬਲਿਹਾਰੇ ਬਾਲ ਬਾਲ ਜਾਵਣਾ। ਅਨੇਕ ਸਦ ਬਲਿਹਾਰੇ ਜਨ ਨਾਨਕ ਸਦ ਬਲਿਹਾਰੇ ਬਾਲ ਬਾਲ ਜਾਵਣਾ। ਤੂੰ ਹੀ ਗਾਵਣਾ ਗਾਵਣਾ। ਤੂੰ
तू ही गावना, तू ही गावना, गावना, तू ही तू ही तू ही तू ही तू ही तू ही गावना। गुर पीरा की चाकरी महा करड़ी सुख सार, गुर पीरा की चाकरी महा करड़ी सुख सार, महा करड़ी सुख सार, पीरा की गुर पीरा की चाकरी महा करड़ी सुख सार, गुर पीरा की चाकरी महा करड़ी सुख सार, करड़ी सुख सार, महा करड़ी सुख सार, महा करड़ी सुख सार, महा करड़ी सुख सार, गुर पीरा की चाकरी महा करड़ी सुख सार, गुर पीरा की चाकरी महा करड़ी सुख सार, नदर करे जिस अपनी तिस लाए हेत प्यार, नदर करे जिस अपनी, नदर करे जिस अपनी, नदर करे जिस अपनी, नदर करे जिस अपनी, लाएंगे तो प्यार तिस लाएंगे तो प्यार, पीरा की चाकरी महा करड़ी सुख सार, गुर पीरा की चाकरी महा करड़ी सुख सार, गुर पीरा की चाकरी महा करड़ी सुख सार, नदर करे जिस अपनी तिस लाए हेत प्यार। सतगुरु सच्चे पातशाह दी साजी नवाजी गुरमुख माई भाई साध संग जीओ।
ਇਹ ਜਿਹੜਾ ਸਮਾਂ ਆਪਣਾ ਕੀਰਤਨ ਦਰਬਾਰ ਦੇ ਲਾਸਟ ਦਾ ਹੀ ਸਮਾਂ, ਕੋਈ ਜ਼ਿਆਦਾ ਸਮਾਂ ਨਹੀਂ, ਸਿਰਫ 15 ਕੁ ਮਿੰਟ ਬਾਕੀ ਹੈ। 15 ਕੁ ਮਿੰਟ ਦੀ ਬਸ ਆਪ ਜੀ ਨੇ ਇਕਾਗਰਤਾ ਬਖਸ਼ਣੀ ਹੈ, ਫਿਰ ਆਪਾਂ ਨੂੰ ਸਾਰਿਆਂ ਨੂੰ ਛੁੱਟੀਆਂ ਨੇ। ਜਿਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਬੁਲਾਇਆ, ਕਿਉਂਕਿ ਬੁਲਾਉਂਦਾ ਵੀ ਉਹੀ ਹੈ, ਸਭ ਦੇ ਅੰਦਰ ਉਹੀ ਵਸਦਾ। ਸਤਿਗੁਰੂ ਨੇ ਵੀ ਇਹ ਗੱਲ ਕਹਿ ਦਿੱਤੀ, ਹੋਂ ਆਪੋਂ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਜਿਉਂ ਬੁਲਾਵੇ ਤਿਉਂ ਬੋਲੇ ਸੁਆਮੀ। ਜ਼ਿਆਦਾ ਸਮਾਂ ਨਹੀਂ ਆਪਣੇ ਕੋਲ, ਮੈਂ ਤੁਕਾਂ ਲਈਆਂ, 2 ਹੀ ਤੁਕਾਂ 'ਤੇ ਵਿਚਾਰ ਹੈ ਸਿਰਫ, ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ। ਤੁਕਾਂ ਲਈਆਂ ਮੈਂ 12 ਤੇ ਵਧੀਕ 'ਚੋਂ। ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਵਨ ਪਿੱਤਰ ਸਰੂਪ ਦੇ ਵਿੱਚ 22-12 ਆਪਣੇ ਗੁਰੂਆਂ ਨੇ ਉਚਾਰਨ ਕੀਤੀਆਂ। ਜਦੋਂ ਪੰਜਵੇਂ ਪਾਤਸ਼ਾਹ ਇਸ ਸਰੂਪ ਨੂੰ ਸੰਪੂਰਨ ਕਰਨ ਲੱਗੇ, ਭਾਈ ਗੁਰਦਾਸ ਜੀ ਤੋਂ ਲਿਖਾਉਣ ਲੱਗੇ, ਤੇ 12 ਤੋਂ ਕੁਝ ਸ਼ਲੋਕ ਬਚ ਗਏ, ਕਿਉਂਕਿ 12 ਦੀ ਵੀ ਗਿਣਤੀ ਮਿਣਤੀ ਹੈ, 12 ਗਾਉਣ ਦੀ ਵੀ ਗਿਣਤੀ ਮਿਣਤੀ ਹੁੰਦੀ ਹੈ ਹਰ ਲਫ਼ਜ਼ਾਂ ਦੀ। ਜ਼ਿਆਦਾ ਵਿਸਥਾਰ ਵਿੱਚ ਨਹੀਂ ਜਾਵਾਂਗਾ। ਜੋ ਸ਼ਲੋਕ ਬਚ ਗਏ ਉਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਅੰਤਲੇ ਪੰਨਿਆਂ ਵਿੱਚ 12 ਤੇ ਵਧੀਕ ਦੇ ਸਿਰਲੇਖ ਹੇਠ 12 ਤੋਂ ਵਧੀਕ ਜਿਹੜੇ 12 ਤੋਂ ਸ਼ਲੋਕ ਬਚ ਗਏ ਬਾਕੀ, ਉਹ ਪਹਿਲੇ ਪਾਤਸ਼ਾਹ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਤੱਕ ਉਪਲਬਧ ਨੇ। ਉਹਨਾਂ ਦੇ ਵਿੱਚੋਂ ਇਹ 2 ਹੀ ਤੁਕਾਂ ਲਈਆਂ ਆਪਾਂ, ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖਸਾਰ। ਗੱਲ ਆ ਜਾਂਦੀ ਹੈ ਗੁਰੂ ਤੇ ਪੀਰ ਦੀ ਤੇ ਸੇਵਕ ਦੀ, ਪੀਰ ਤੇ ਮੁਰੀਦ ਦੀ, ਸੁਆਮੀ ਤੇ ਸੇਵਕ ਦੀ, ਜਾਂ ਗੁਰੂ ਤੇ ਚੇਲੇ ਦੀ ਕਹਿ ਲਓ। ਆਪਣੀ ਨਾਨਕਸਰ ਸੰਪਰਦਾ ਦੇ ਬਾਨੀ ਹੋਏ ਨੇ ਬਾਬਾ ਨੰਦ ਸਿੰਘ ਜੀ ਮਹਾਰਾਜ, ਜਿਨ੍ਹਾਂ ਦੀ ਬਦੌਲਤ ਆ ਰਚਨਾ ਲੱਗੀ ਹੈ। ਇੱਥੇ ਨਹੀਂ ਲੱਗੀ, ਕੇਵਲ ਵਿਦੇਸ਼ਾਂ ਤੱਕ ਇਸ ਤਰ੍ਹਾਂ ਸੰਗਤ ਜੁੜਦੀ ਹੈ, ਬੜੇ ਸਮਾਗਮ ਹੁੰਦੇ ਨੇ। ਇਹ ਬਾਬਾ ਨੰਦ ਸਿੰਘ ਮਹਾਰਾਜ ਦੀ ਦੇਣ ਹੈ। ਸੇਵਕ ਤੇ ਸੁਆਮੀ ਦੀ ਗੱਲ ਹੋ ਰਹੀ ਹੈ। ਬਾਬਾ ਜੀ ਦੇ ਇਤਿਹਾਸ ਵਿੱਚ ਵੀ ਜਿਨ੍ਹਾਂ ਦੀ ਯਾਦ ਵਿੱਚ ਅੱਜ ਆਪਾਂ ਜੁੜੇ ਹਾਂ, ਬਾਬਾ ਈਸ਼ਰ ਸਿੰਘ ਜੀ ਮਹਾਰਾਜ, ਉਹਨਾਂ ਦੇ ਇਤਿਹਾਸ ਵਿੱਚ ਵੀ, ਉਹਨਾਂ ਦੇ ਜੀਵਨ ਦੇ ਸਮੇਂ ਵਿੱਚ ਵੀ ਸੇਵਕ ਤੇ ਸੁਆਮੀ ਦੀ ਗੱਲ ਹੋ ਰਹੀ ਹੈ। ਬਾਬਾ ਜੀ ਮੋਟੇ ਤੌਰ ਤੇ ਇਹ ਵਚਨ ਕਰਿਆ ਕਰਦੇ ਸੀ, ਬਾਬਾ ਨੰਦ ਸਿੰਘ ਜੀ ਮਹਾਰਾਜ ਕਹਿੰਦੇ, ਜਿਹੜਾ ਪੁੱਤਰ ਆ ਨਾ, ਉਹ ਆਪਣੇ ਪਿਤਾ ਦੇ ਅੱਗੇ 3 ਭੱਬੇ ਪੜ੍ਹ ਲਵੇ। ਇਹ ਗੁਰਮਤ ਦੀ ਪੜ੍ਹਾਈ ਦੀ ਗੱਲ ਆ, ਦੂਜੀ ਨਹੀਂ ਮੈਂ ਦੱਸਦਾ। ਦੂਜੀ ਪੜ੍ਹਾਈ ਤਾਂ ਬੜੀ ਲੰਬੀ ਪਈ ਹੈ, ਇਹ ਵੀ ਲੰਬੀ ਹੈ, ਇਹ ਉਸ ਤੋਂ ਵੀ ਲੰਬੀ ਹੈ, ਤਾਂ ਜਨਮਾਂ ਜਨਮਾਂ ਦੀ ਪੜ੍ਹਾਈ ਹੈ। ਦੁਨਿਆਵੀ ਐਜੂਕੇਸ਼ਨ PhD ਤੱਕ ਪਈ ਹੈ। ਉਹਨਾਂ ਕਿਤਾਬਾਂ ਵਿੱਚ ਵੀ ਇਹ ਅੰਕਿਤ ਆ ਵੀ ਪੁੱਤਰ ਜਿਹੜਾ ਪਿਤਾ ਦਾ ਬਚਨ ਮੰਨ ਲਵੇ, ਉਹਨੂੰ ਪਰਮਾਰਥ ਦਾ ਰਸਤਾ ਮਿਲ ਜਾਂਦਾ। ਦੁਨਿਆਵੀ ਕਿਤਾਬਾਂ ਵਿੱਚ ਵੀ ਅੰਕਿਤ ਹੈ, ਬ੍ਰਹਮ ਵਿਦਿਆ ਦੇ ਵਿੱਚ ਤਾਂ ਹੈ ਹੀ ਹੈ। ਜਿਹੜੀ ਇਸਤਰੀ ਹੈ, ਕਹਿੰਦੇ ਉਹ ਆਪਣੀ ਪਤੀ ਦੇ ਅੱਗੇ 3 ਭੱਬੇ ਪੜ੍ਹ ਲਵੇ, ਉਹਨੂੰ ਪਰਮਾਰਥ ਦਾ ਰਸਤਾ ਮਿਲ ਜਾਂਦਾ। ਪੁੱਤਰ ਪਿਤਾ ਅੱਗੇ, ਪਤਨੀ ਪਤੀ ਅੱਗੇ, ਤੇ ਇਹੀ ਗੱਲ ਇੱਧਰ ਆ ਗਈ। ਸੇਵਕ ਆਪਣੇ ਸੁਆਮੀ ਅੱਗੇ 3 ਭੱਬੇ ਪੜ੍ਹ ਲਵੇ। 3 ਭੱਬੇ ਕਿਹੜੇ?
ਪੱਬਾ ਭਲਾ ਜੀ ਜੋ ਵੀ ਗੁਰੂ ਨੇ ਕਿਹਾ ਉਸ ਬਚਨ ਨੂੰ ਸੱਤ ਕਰਕੇ ਮੰਨਣ ਨੂੰ ਭਲਾ ਜੀ ਕਿਹਾ ਜਾਂਦਾ। ਉਹਦੇ ਤੇ ਕੋਈ ਕਿੰਤੂ ਪਰੰਤੂ ਨਹੀਂ। ਜਿਸ ਤਰ੍ਹਾਂ ਗੁਰੂ ਨੇ ਕਹਿ ਦਿੱਤਾ ਗੁਰ ਕਹਿਆ ਸਾਕਾਰ ਕਮਾਵੋ, ਇੱਥੇ ਬਸ ਨਹੀਂ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੇ ਭਾਈਏ। ਇਹ ਪਰਮਾਰਥ ਦੀ ਪੜ੍ਹਾਈ ਹੈ। ਪੱਬਾ ਭਲਾ ਜੀ, ਪੱਬਾ ਭਾਣਾ ਜੀ, ਭਾਣੇ ਵਿੱਚ ਰਹਿਣਾ ਵੀ ਸਿੱਖ ਕਿਹਾ ਹੀ ਉਹਨੂੰ ਆ ਸਤਿਗੁਰੂ ਨੇ, ਸੋ ਸਿੱਖ ਸਖਾ ਬੰਧ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਦੂਸਰਾ ਪੱਬਾ ਆ ਗਿਆ ਹੈ। ਤੀਸਰਾ, ਜੇ ਕੋਈ ਗਲਤੀ ਹੋ ਜਾਣੀ, ਆਪਣੀ ਗਲਤੀ ਨੂੰ ਸਵੀਕਾਰ ਕਰਨਾ ਸਭ ਤੋਂ ਔਖੀ ਗੱਲ ਹੈ। ਗਲਤੀ ਨੂੰ ਮੰਨ ਲੈਣਾ ਜਿਹੜਾ ਉਹ ਬਹੁਤ ਵੱਡੀ ਗੱਲ ਹੈ। ਇਸਤਰੀ ਕੋਲੋਂ, ਕੋਈ ਪਤਨੀ ਕੋਲੋਂ ਗਲਤੀ ਹੋ ਗਈ, ਪਤੀ ਕੋਲੋਂ ਖਿਮਾ ਮੰਗਣੀ। ਸਤਿਗੁਰੂ ਨੇ ਇਹ ਗੁਰਬਾਣੀ ਵਿੱਚ ਵੀ ਪੰਕਤੀਆਂ ਅੰਕਿਤ ਕਰ ਦਿੱਤੀਆਂ। ਜਿਗਿਆਸੂ ਰੂਪ ਇਸਤਰੀ ਦੂਸਰੀ ਉੱਤਮ ਸਖੀ ਨੂੰ ਜਿਗਿਆਸੂ ਨੂੰ ਪੁੱਛਦੀ ਆ ਵੀ ਪਤੀ ਨੂੰ ਬਸ ਕਰਨ ਦੇ ਕਿਹੜੇ ਸਾਧਨ, ਵੀ ਪਤੀ ਬਸ ਕਿਵੇਂ ਹੋ ਸਕਦਾ। ਉਹ ਇਸਤਰੀ ਪੁੱਛਦੀ ਆ ਸੁਹਾਗਣ ਇਸਤਰੀ ਦੂਜੀ ਸੁਹਾਗਣ ਨੂੰ। ਸਤਿਗੁਰੂ ਨੇ ਇੱਕ ਪੰਕਤੀਆਂ ਗੁਰਬਾਣੀ ਵਿੱਚ ਵੀ ਅੰਕਿਤ ਕੀਤੀਆਂ ਨੇ। ਕੋਈ ਵੀ ਗੱਲ ਸਤਿਗੁਰੂ ਨੇ ਗੁਰਬਾਣੀ ਵਿੱਚ ਛੱਡੀ ਨਹੀਂ। ਜੇ ਆਪਾਂ ਨਹੀਂ ਪੜ੍ਹਨੀ ਤਾਂ ਵੱਖਰੀ ਗੱਲ ਹੈ। ਭਾਵੇਂ ਕੋਈ ਦੁਨਿਆਵੀ ਗੱਲ ਆ, ਭਾਵੇਂ ਕੋਈ ਪਰਮਾਰਥ ਦੀ ਗੱਲ ਹੈ, ਕਿਉਂਕਿ ਗੁਰਬਾਣੀ ਦੀਆਂ ਹਰ ਇੱਕ ਤੁਕ ਦੇ ਦੋ ਅਰਥ ਹੈ। ਇੱਕ ਦੁਨਿਆਵੀ ਵੀ ਹੈ, ਇੱਕ ਕੇਂਦਰੀ ਭਾਵ ਪਰਮਾਰਥ ਅਰਥ ਵੀ ਹੈ। ਉਹ ਜਿਗਿਆਸੂ ਰੂਪ ਇਸਤਰੀ ਸੁਹਾਗਣ ਦੂਸਰੀ ਸੁਹਾਗਣ ਨੂੰ ਪੁੱਛਦੀ ਹੈ ਕਵਣ ਸੋ ਅੱਖਰ, ਉਹ ਕਿਹੜੇ ਅੱਖਰ ਆ, ਕਿਹੜੇ ਅੱਖਰ ਬੋਲੀਏ ਜਿਨ੍ਹਾਂ ਨਾਲ ਪਤੀ ਬਸ ਆ ਜਾਵੇ। ਕਵਣ ਸੋ ਅੱਖਰ, ਕਵਣ ਗੁਣ, ਉਹ ਗੁਣ ਕਿਹੜੇ। ਕਵਣ ਸੋ ਮਣੀਆਂ ਮੰਤ, ਕਵਣ ਸੋ ਬੇਸੋ ਹੋਂ ਕਰੀ, ਉਹ ਬੇਸ ਕਿਹੜਾ। ਕਵਣ ਸੋ ਬੇਸੋ ਹੋਂ ਕਰੀ, ਜਿਤ ਬਸ ਆਵੇ ਕੰਤ। ਸਤਿਗੁਰੂ ਹੀ ਫਿਰ ਇਹਦਾ ਉੱਤਰ ਦਿੰਦੇ ਆ ਦੂਸਰੇ ਸ਼ਲੋਕ 'ਚ। ਭਾਵੇਂ ਕਿਸੇ ਭਗਤ ਦੇ ਹਿਰਦੇ ਤੇ ਬੈਠ ਕੇ ਦਿੰਦੇ ਆ, ਬਾਬਾ ਫਰੀਦ ਜੀ ਦੇ। ਉਹ ਦੂਸਰੀ ਇਸਤਰੀ ਉਹਨੂੰ ਉੱਤਰ ਦਿੰਦੀ ਹੈ ਨਿਵਣ ਸੋ ਅੱਖਰ ਖਵਣ ਗੁਣ, ਨਿਵਣਾ ਨਿਮਰਤਾ ਰੱਖਣੀ। ਹੰਕਾਰ ਨੂੰ ਦੁਨਿਆਵੀ ਕਿਤਾਬਾਂ ਦੇ ਵਿੱਚ ਵੀ ਥਾਂ ਨਹੀਂ, ਇੱਧਰ ਤਾਂ ਹੈ ਹੀ ਨਹੀਂ। ਦੁਨਿਆਵੀ ਕਿਤਾਬਾਂ ਪੜ੍ਹ ਲਓ, ਆਪਾਂ ਪੜ੍ਹੀਆਂ ਨੇ ਦੁਨਿਆਵੀ ਕਿਤਾਬਾਂ ਵੀ। ਜਿਤਨੀ ਵਿਦਿਆ ਕਿਸੇ ਨੇ ਆਪਾਂ ਪ੍ਰਾਪਤ ਕੀਤੀ ਹੈ ਸਕੂਲਾਂ ਕਾਲਜਾਂ ਵਿੱਚ, ਉੱਥੇ ਵੀ ਲਿਖਦੇ ਆ ਉਹ ਦੁਨਿਆਵੀ ਕਿਤਾਬਾਂ ਵਾਲੇ ਵੀ, ਹੰਕਾਰਿਆ ਸੋ ਮਾਰਿਆ। ਸਤਿਗੁਰੂ ਨੇ ਪ੍ਰਤੱਖ ਤੌਰ ਤੇ ਇਹ ਗੱਲ ਕਹਿ ਦਿੱਤੀ, ਹਰ ਜੀਓ ਅਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵੇ। ਗੱਲ ਇੱਧਰ ਵੀ ਆ ਗਈ ਉਹੀ ਜੋ ਦੁਨਿਆਵੀ ਕਿਤਾਬਾਂ ਵਿੱਚ ਅੰਕਿਤ ਆ, ਉਹ ਵੀ ਬ੍ਰਹਮ ਵਿਦਿਆ ਦੇ ਵਿੱਚੋਂ ਲਈਆਂ ਹੋਈਆਂ ਗੱਲਾਂ ਨੇ। ਕੁਝ ਗੱਲਾਂ, ਸਾਰੀਆਂ ਨਹੀਂ। ਨਿਵਣ ਸੋ ਅੱਖਰ ਖਵਣ ਗੁਣ, ਨਿਮਰਤਾ ਰੱਖਣੀ। ਖਵਣ ਗੁਣ ਖਿਮਾ ਮੰਗ ਲੈਣੀ। ਭੁੱਲ ਗਿਆ ਗਲਤੀ ਨੂੰ ਸਵੀਕਾਰ ਕਰਨਾ ਸਭ ਤੋਂ ਵੱਡੀ ਗੱਲ ਹੈ। ਨਿਵਣ ਸੋ ਅੱਖਰ ਖਵਣ ਗੁਣ, ਜੇਵਾ ਮਣੀਆਂ ਮੰਤ, ਮਿੱਠਾ ਬੋਲ ਬੋਲਣਾ ਜੇਬ ਨਾਲ, ਕੌੜਾ ਬੋਲ ਬੋਲਣਾ ਹੀ ਨਹੀਂ। ਨਿਵਣ ਸੋ ਅੱਖਰ ਖਵਣ ਗੁਣ, ਜੇਵਾ ਮਣੀਆਂ ਮੰਤ, ਇਹ ਤ੍ਰੈ ਭੈਣੇ ਬੇਸ ਕਰ ਤਾਂ ਬਸ ਆਵੀ ਕੰਤ। ਬਸ ਆ ਤਿੰਨ ਗੱਲਾਂ ਧਾਰਨ ਕਰ ਲਾ ਤਾਂ ਪਤੀ ਪਰਮੇਸ਼ਰ ਕਹਿੰਦੇ ਬਸ ਜਾ ਜਾਂਦਾ। ਦੁਨਿਆਵੀ ਪਤੀ ਵੀ, ਪਰਮਾਤਮਾ ਪਤੀ ਵੀ। ਸੇਵਕ ਤੇ ਸੁਆਮੀ ਦੀ ਗੱਲ ਹੋ ਰਹੀ ਹੈ। ਇਹਨਾਂ ਤੁਕਾਂ ਵਿੱਚ ਗੁਰ ਪੀਰਾਂ ਕੀ ਚਾਕਰੀ, ਦੁਨਿਆਵੀ ਗੱਲ ਵਿੱਚ ਵੀ ਇਹ ਕਹਿ ਦਿੱਤਾ ਵੀ ਜਿਹੜੀ ਚਾਕਰੀ ਕਰਨੀ ਹੈ ਬੜੀ ਨਿਖਿੱਧ ਆ। ਉੱਤਮ ਖੇਤੀ ਮੱਧਮ ਵਪਾਰ ਨਿਖਿੱਧ ਚਾਕਰੀ ਭੀਖ ਦੁਆਰ, ਦੁਨਿਆਵੀ ਗੱਲ ਹੈ। ਕਿਸੇ ਦੀ ਚਾਕਰੀ ਕਰਨੀ ਬੜੀ ਔਖੀ ਹੈ, ਪਰ ਚਾਕਰੀ ਕਰਨ ਵਾਲੇ ਨੂੰ ਵੀ ਤਨਖਾਹ ਮਿਲਦੀ ਹੈ। ਉਹ ਇਸ ਕਰਕੇ ਵੀ ਕਰਦਾ, ਚਲੋ ਪੈਸੇ ਤਾਂ ਮਿਲਣੇ ਆ ਨਾ।
इधर तनख्वाह भी कोई नहीं, इधर तनख्वाह भी कोई नहीं। बाबा नंद सिंह जी महाराज दे रागी होए ने संता सिंह, ਉਹਦਾ ਕੋਈ ਮਿੱਤਰ ਉਹਨੂੰ ਮਿਲਣ ਆ ਗਿਆ ਨਾਨਕਸਰ। ਸੰਤਾ ਸਿੰਘ ਆਪਣੇ ਸੁਭਾਅ ਅਨੁਸਾਰ ਰੋਜ਼ ਜਿਸ ਤਰ੍ਹਾਂ ਬਾਬਾ ਜੀ ਦੀ ਡਿਊਟੀ ਲਾਈ ਸੀ 3 ਵਜੇ ਅੰਮ੍ਰਿਤ ਵੇਲੇ ਕੀਰਤਨ ਸ਼ੁਰੂ ਕਰਦੇ ਸੀ, ਤੇ ਦਾਸ ਵੀ ਉਹੀ ਡਿਊਟੀ ਕਰ ਰਿਹਾ। ਸਾਡਾ ਵੀ ਟਾਈਮ ਹੁਣ 3 ਵਜੇ ਦਾ ਹੋ ਜਾਣਾ ਵਿਸਾਖੀ ਤੋਂ, ਹੁਣ 3:30 ਸ਼ੁਰੂ ਕਰਦੇ ਹਾਂ ਅਸੀਂ ਆਸਾ ਦੀ ਵਾਰ। 3 ਵਜੇ ਉੱਠ ਕੇ ਕੀਰਤਨ ਕਰਨਾ ਪੈਣਾ, ਕੋਈ ਤਨਖਾਹ ਨਹੀਂ। ਮੀਂਹ ਚਾਹੇ ਮੀਂਹ ਪੈ ਰਿਹਾ, ਚਾਹੇ ਗੜੇ ਪੈ ਰਿਹਾ, ਚਾਹੇ ਹਨੇਰੀ ਵਗਦੀ ਏ, ਠੰਡੇ ਪਾਣੀ ਨਾਲ ਹੀ ਉਦੋਂ ਨਹਾਉਣਾ ਪੈਂਦਾ। ਹੁਣ ਤਾਂ ਸਾਡੇ ਵਾਸਤੇ ਗੀਜ਼ਰ ਵੀ ਲੱਗੇ। ਰਹਿਣ ਵਾਸਤੇ ਕੁੱਲੀਆਂ ਕੋਈ ਨਹੀਂ ਸੀ ਉਸ ਸਮੇਂ। ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਸਮੇਂ ਦੀ ਗੱਲ ਕਰ ਰਹੇ ਹਾਂ। ਜਿਵੇਂ ਜਾਨਵਰਾਂ ਦੇ ਘੁਰਨੇ ਜੇ ਪੱਟੇ ਹੁੰਦੇ ਨਾ ਧਰਤੀ 'ਚ, ਉਹ ਘੁਰਨਾ ਜਾਂ ਪੱਟ ਕੇ ਇੱਕ ਪਾਸੇ ਰਾਹ ਰੱਖਿਆ ਹੁੰਦਾ ਸੀ, ਇੱਕ ਪਾਸੇ ਉੱਪਰ ਕੱਖਾਂ ਕਾਨਿਆਂ ਦੀ ਛੱਤ ਪਾਈ ਹੁੰਦੀ, ਕੋਈ ਲਾਈਟ ਨਹੀਂ ਸੀ ਹੁੰਦੀ, ਵਿੱਚੇ ਹੀ ਸੱਪ ਫਰੀ ਜਾਂਦੇ ਹੁੰਦੇ। ਗੁਰਪੀਰਾਂ ਕੀ ਚਾਕਰੀ ਦੀ ਗੱਲ ਕਰ ਰਿਹਾ, ਬੜੀ ਔਖੀ ਹੈ। ਉਹ ਸੰਤਾ ਸਿੰਘ ਨੂੰ ਦੇਖ ਕੇ ਕਹਿਣ ਲੱਗਾ, ਭਾਈ ਸੰਤਾ ਸਿੰਘ ਜੀ 3 ਵਜੇ ਤੁਸੀਂ ਕੀਰਤਨ ਸ਼ੁਰੂ ਕਰਦੇ ਆ, ਵੀ 2 ਵਜੇ ਤੱਕ ਘੱਟੋ ਘੱਟ ਤੁਹਾਨੂੰ ਉੱਠਣਾ ਹੀ ਪੈਂਦਾ ਹੋਣਾ। ਸਰੀਰ ਕਿਰਿਆ ਨੂੰ ਸਾਧ ਕੇ, ਵਾਸ਼ਰੂਮ ਨਹੀਂ ਸੀ ਹੁੰਦੇ ਉਦੋਂ, ਬਾਹਰ ਜਾਣਾ ਪੈਂਦਾ ਸੀ। ਵਾਸ਼ਰੂਮ ਜਾਣ ਨੂੰ ਵੀ 15-20 ਮਿੰਟ ਲੱਗਦੇ, ਦੂਰ ਜਾਣਾ ਪੈਂਦਾ ਸੀ। ਨਲਕੇ ਤੇ ਇਸ਼ਨਾਨ ਕਰਨਾ ਪੈਂਦਾ ਸੀ। ਗਰਮ ਪਾਣੀ ਦਾ ਕੋਈ ਸਾਧਨ ਨਹੀਂ ਸੀ, ਸਰਦੀਆਂ ਵਿੱਚ ਵੀ ਠੰਡੇ ਪਾਣੀ ਨਾਲ ਇਸ਼ਨਾਨ ਕਰਨਾ ਪੈਂਦਾ ਸੀ। ਉਹ ਕਹਿੰਦਾ ਸੰਤਾ ਸਿੰਘ 3 ਵਜੇ ਕੋਈ ਸੰਗਤ ਤਾਂ ਹੁੰਦੀ ਨਹੀਂ ਪਿੱਛੇ ਤੁਹਾਡੇ, ਸਾਡੇ ਵੀ ਪਿੱਛੇ ਸਵੇਰੇ ਅੰਮ੍ਰਿਤ ਵੇਲੇ ਥੋੜ੍ਹੇ ਹੀ ਸਰੀਰ ਹੁੰਦੇ ਆ, ਜ਼ਿਆਦਾ ਨਹੀਂ ਹੁੰਦੇ। ਸੰਗਤ ਜ਼ਿਆਦਾ ਭੋਗ ਪਏ ਤੇ ਆਉਂਦੀ ਹੈ। ਉਹ ਕਹਿੰਦਾ ਵੀ ਇੰਨੀ ਸਾਝਰੇ ਕੀਰਤਨ ਕਰਨ ਦੀ ਕੀ ਲੋੜ ਆ, ਗੁਰ ਪੀਰਾਂ ਕੀ ਚਾਕਰੀ ਦੀ ਗੱਲ ਕਰਦਾ ਮੈਂ। ਕਹਿੰਦਾ ਸੰਤਾ ਸਿੰਘ ਜੀ, ਕਹਿੰਦਾ ਇੰਨੀ ਸਾਝਰੇ ਕੀਰਤਨ ਕਰਨ ਦੀ ਕੀ ਲੋੜ ਆ, ਵੀ ਤੁਸੀਂ ਥੋੜ੍ਹਾ ਜਿਹਾ ਦਿਨ ਚੜ੍ਹੇ ਲੱਗ ਪਿਆ ਕਰੋ, ਵੀ ਸੰਗਤ ਤਾਂ ਦਿਨ ਚੜ੍ਹੇ ਹੀ ਆਉਂਦੀ ਆ। ਉਹ ਕਹਿੰਦਾ ਵੀ ਗੁਰਮੁਖਾ, ਅਸੀਂ ਸੰਗਤ ਨੂੰ ਕੀਰਤਨ ਸੁਣਾਉਣ ਵਾਸਤੇ ਕੀਰਤਨ ਨਹੀਂ ਸ਼ੁਰੂ ਕਰਦੇ। ਇਹ ਤਾਂ ਬਾਬਾ ਜੀ ਜਿਹੜੀ ਡਿਊਟੀ ਲਾਈ ਹੈ, ਟਾਈਮ ਬੰਨਿਆ ਹੋਇਆ, ਉਹਦੇ ਵਿੱਚ ਕੋਈ ਆ ਗਿਆ ਤਾਂ ਲਾਹਾ ਲੈ ਜਾਂਦਾ, ਨਹੀਂ ਤਾਂ ਅਗਲੇ ਦੀ ਮਰਜ਼ੀ ਹੈ। ਵੀ ਸੱਦਣ ਵੀ ਕਿਸੇ ਨੂੰ ਨਹੀਂ ਜਾਣਾ, ਕੋਈ ਪੋਸਟਰ ਜਾਂ ਇਸ਼ਤਿਹਾਰ ਵਗੈਰਾ ਨਹੀਂ ਛਪਾਉਣਾ। ਉਹ ਕਹਿੰਦਾ ਚਲੋ। ਫਿਰ ਉਹਨੇ ਸੋਚਿਆ, ਕਹਿੰਦਾ ਸੰਤਾ ਸਿੰਘ ਜੀ ਤੁਹਾਡੀ ਤਨਖਾਹ ਵੀ ਫਿਰ ਬੜੀ ਹੋਏਗੀ। ਉਹ ਕਹਿੰਦਾ ਤਨਖਾਹ ਤਾਂ ਤੈਨੂੰ ਸ਼ਾਮ ਨੂੰ ਵੀ ਦਿਖਾ ਦੇਂਗੇ, ਸਾਨੂੰ ਲੋਕਾਂ ਨੂੰ ਤਾਂ ਮਹੀਨੇ ਬਾਅਦ ਮਿਲਦੀ ਹੈ, ਸਾਨੂੰ ਰੋਜ਼ ਹੀ ਮਿਲਦੀ ਹੈ। ਉਹੀ ਗੱਲ ਹੋਈ ਸ਼ਾਮ ਨੂੰ ਜਦੋਂ ਸੰਤਾ ਸਿੰਘ ਕੀਰਤਨ ਕਰਨ ਲੱਗਾ। ਬਾਬਾ ਜੀ ਨੇ ਇਤਨੀ ਤਾੜਨਾ ਕੀਤੀ, ਬਾਬਾ ਨੰਦ ਸਿੰਘ ਮਹਾਰਾਜ ਨੇ ਕਹਿੰਦੇ ਆਹ ਕੀ ਕੁਰਲੀਆਂ ਜਿਹੀਆਂ ਕਰੀ ਜਾਂਦਾ, ਕਹਿੰਦੇ ਕੀਰਤਨ ਨਹੀਂ ਕਰਨਾ ਆਉਂਦਾ, ਕਹਿੰਦੇ ਤੈਨੂੰ ਜਾ ਉੱਠ ਖੜ, ਕਹਿੰਦੇ ਬਾਜੇ ਤੋਂ ਉੱਠ, ਬਾਹਰ ਚਲਾ ਜਾ। ਬਾਹਰ ਵੀ ਰੇਲਵੇ ਲਾਈਨ ਤੋਂ ਬਾਹਰ ਕੱਢ ਦਿੰਦੇ ਸੀ। ਉਹ ਦੇਖਣ ਵਾਲਾ ਬੜਾ ਹੈਰਾਨ, ਵੀ ਐਡਾ ਸੁਲਝਿਆ ਹੋਇਆ ਰਾਗੀ ਬੜਾ ਸੋਹਣਾ ਕੀਰਤਨ ਕਰੀ ਜਾ ਰਿਹਾ ਸੀ, ਵੀ ਮਹਾਂਪੁਰਖਾਂ ਨੂੰ ਪਤਾ ਨਹੀਂ ਕੀ ਹੋ ਗਿਆ, ਵੀ ਭਰੀ ਸੰਗਤ ਦੇ ਵਿੱਚੋਂ ਬਾਜੇ ਤੋਂ ਉਠਾ ਕੇ ਬਾਹਰ ਕੱਢ ਦਿੱਤਾ। ਕਹਿੰਦਾ ਲੈ ਵੀ ਗੁਰਮੁਖਾ, ਤੂੰ ਜਿਹੜੀ ਗੱਲ ਕਰਦਾ ਸੀ ਨਾ ਤਨਖਾਹ ਦੀ, ਉਹ ਤੂੰ ਹੁਣ ਅੱਖੀਂ ਦੇਖ ਹੀ ਲਿਆ। ਲੋਕਾਂ ਨੂੰ ਤਾਂ ਕਹਿੰਦਾ ਮਹੀਨੇ ਬਾਅਦ ਤਨਖਾਹ ਮਿਲਦੀ ਹੈ, ਸਾਨੂੰ ਰੋਜ਼ ਹੀ ਮਿਲਦੀ ਹੈ। ਇਸ ਤਰ੍ਹਾਂ ਰੋਜ਼ ਦੀ ਗੱਲ ਹੀ ਹੈ ਕਿ ਤੂੰ ਤਾਂ ਇੱਕ ਦਿਨ ਨਹੀਂ ਦੇ ਸਕੇ। ਉਹ ਕਹਿੰਦਾ ਵੀ ਬੜੀ ਕਮਾਲ ਦੀ ਗੱਲ ਹੈ, ਕੋਈ ਤਨਖਾਹ ਨਹੀਂ, ਬਿਨਾਂ ਤਨਖਾਹ ਤੋਂ ਕੀਰਤਨ ਕਰਨਾ, ਕੋਈ ਲਾਲਚ ਨਹੀਂ, ਕੋਈ ਸਾਧਨ ਨਹੀਂ ਵਧੀਆ ਇਸ਼ਨਾਨ ਕਰਨ ਦਾ ਜਾਂ ਕੋਈ ਰਹਿਣ ਦਾ ਕਮਰਾ ਨਹੀਂ, ਤੇ ਉੱਪਰੋਂ ਫੇਰ ਤਾੜਨਾ। ਇਹਨੂੰ ਕਹਿੰਦੇ ਗੁਰ ਪੀਰਾਂ ਕੀ ਚਾਕਰੀ। ਮਹਾ ਕਰੜੀ ਬੜੀ ਔਖੀ ਹੈ। ਮੈਂ ਜ਼ਿਆਦਾ ਵਿਸਥਾਰ ਵਿੱਚ ਨਹੀਂ ਹੁਣ ਜਾਵਾਂਗਾ, ਕਿਉਂਕਿ ਸਮਾਂ ਨਹੀਂ ਇਜਾਜ਼ਤ ਦਿੰਦਾ। ਇਹ 3 ਭੱਬੇ ਸਾਧ ਸੰਗਤ ਜੀ ਬਾਬਾ ਈਸ਼ਰ ਸਿੰਘ ਮਹਾਰਾਜ ਨੇ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਅੱਗੇ ਪੜ੍ਹੇ। ਬਾਬਾ ਜੀ ਆਪ ਦੱਸਿਆ ਕਰਦੇ ਸੀ, ਕਹਿੰਦੇ ਅਸੀਂ ਕੋਈ ਦੁਨਿਆਵੀ ਵਿਦਿਆ ਨਹੀਂ ਪੜ੍ਹੇ ਜ਼ਿਆਦਾ, ਅਸੀਂ ਬਾਬਾ ਜੀ ਕੋਲੇ ਕਹਿੰਦੇ 3 ਭੱਬੇ ਪੜ੍ਹੇ ਆ, ਭੱਬਾ ਭਲਾ ਜੀ, ਭੱਬਾ ਭਾਣਾ ਜੀ, ਭੱਬਾ ਭੁੱਲ ਗਿਆ ਜੀ। ਬਸ ਇਹਦੋਂ ਉੱਪਰ ਕੋਈ ਪੜ੍ਹਾਈ ਨਹੀਂ ਕੀਤੀ। ਇਹ ਪਰਮਾਰਥ ਦੀ ਪੜ੍ਹਾਈ 3 ਅੱਖਰ ਹੀ ਹੈ।
ਜੇ ਕੋਈ ਪੜ੍ਹ ਲਵੇ। ਬਾਬਾ ਜੀ ਨੂੰ ਪ੍ਰਸ਼ਾਦਾ ਰੱਖ ਕੇ ਜੇ ਮੂਹਰੇ ਖੜ ਜਾਣਾ, ਲੈ ਕਹਿੰਦੇ ਆ ਸਾਡੀਆਂ ਬੁਰਕੀਆਂ ਗਿਣੀ ਜਾਂਦਾ, ਸਾਡੇ ਮੂਹਰੇ ਖੜ ਗਿਆ। ਬਾਬਾ ਈਸਰ ਸਿੰਘ ਜੀ ਨੇ ਜੇ ਕਿਤੇ ਮੂਹਰੇ ਖੜ ਜਾਣਾ, ਬੜੀ ਔਖੀ ਆ ਚਾਕਰੀ। ਜੇ ਪਾਸੇ ਤੇ ਖੜ ਜਾਣਾ, ਸਾਈਡ ਤੇ ਲੈ ਜਾ, ਕਹਿੰਦੇ ਪਰੇ ਹੋ ਕੇ ਖੜ ਗਿਆ। ਜੇ ਪਿਛਲੇ ਪਾਸੇ ਖੜ ਜਾਣਾ, ਲੈ ਕਹਿੰਦੇ ਪ੍ਰਸ਼ਾਦਾ ਰੱਖ ਕੇ ਉਹ ਜਾ ਕੇ ਮਗਰ ਜਾ ਕੇ ਖੜ ਗਿਆ। ਬਸ ਤਾੜਨਾ ਹੀ ਤਾੜਨਾ, ਪਰ ਅੰਦਰੋਂ ਪ੍ਰਸੰਨਤਾ ਸੀ। ਜਿਵੇਂ ਕੁਮਹਾਰ ਘੜੇ ਨੂੰ ਬਾਹਰੋਂ ਸੱਟ ਲਾ ਕੇ ਗੁਲਾਈ ਦਿੰਦਾ, ਪਰ ਅੰਦਰ ਉਹਦਾ ਹੱਥ ਰੱਖਿਆ ਹੁੰਦਾ, ਅੰਦਰ ਵੀ ਉਹਦਾ ਹੱਥ ਰੱਖਿਆ ਹੁੰਦਾ ਘੜੇ ਦੇ, ਵੀ ਇਹ ਗੁਲਾਈ ਜਿਹੜੀ ਇੱਧਰ ਉੱਧਰ ਨਾ ਹੋ ਜਾਵੇ। ਬਾਹਰੋਂ ਉਹਨੂੰ ਗੁਲਾਈ ਦਿੰਦਾ, ਮਿੱਟੀ ਦਾ ਕੱਚਾ ਘੜਾ ਹੁੰਦਾ ਪਹਿਲਾਂ, ਫਿਰ ਉਹਨੂੰ ਪਕਾਇਆ ਜਾਂਦਾ ਅੱਗ ਦੇ ਵਿੱਚ। ਸਤਿਗੁਰ ਸਿੱਖ ਕੁਮਹਾਰ ਗੁਰ ਘੜ ਘੜ ਕੱਢੇ ਖੋਟ, ਅੰਦਰੋਂ ਹੱਥ ਦੇ ਰੱਖਦਾ, ਬਾਹਰੋਂ ਮਾਰਦਾ ਚੋਟ। ਕੁਮਹਾਰ ਦੀ ਉਦਾਹਰਣ ਦਿੱਤੀ ਹੈ। ਕੋਈ ਸਮਾਂ ਨਹੀਂ ਸੀ ਸਾਧ ਸੰਗਤ ਜੀ ਜੋੜਾ ਪਹਿਨਣ ਦਾ, ਉਹਨਾਂ ਦਾ ਜੋੜਾ ਪਹਿਨਣ ਦਾ ਸਮਾਂ ਹੀ ਨਹੀਂ ਸੀ। ਚਰਨਾਂ ਦੇ ਵਿੱਚੋਂ ਵਿਆਈਆਂ ਫੜ ਜਾਣੀਆਂ, ਰੋੜ ਫਸ ਜਾਣੇ, ਖੂਨ ਸਿਮਣ ਲੱਗ ਜਾਣਾ। ਉਸੇ ਤਰ੍ਹਾਂ ਹੀ ਬਾਬਾ ਜੀ ਦੀ ਸੇਵਾ ਵਿੱਚ ਭੱਜੇ ਫਿਰਨਾ ਦਿਨ ਰਾਤ। ਪੱਖਾ ਕਰਦਿਆਂ ਨੂੰ ਕਈ ਵਾਰ ਨੀਂਦ ਆ ਜਾਣੀ, ਬਾਬਾ ਜੀ ਦੇ ਉੱਤੇ ਵੀ ਡਿੱਗ ਪੈਣਾ। ਬਾਬਾ ਜੀ ਨੇ ਦੇਖਣਾ ਵੀ ਇਹਨੂੰ ਹੁਣ ਕਈ ਦਿਨ ਹੋ ਗਏ ਸੁੱਤਿਆਂ ਨੂੰ। ਨੀਂਦ ਤਾਂ ਸਰੀਰ ਦਾ ਧਰਮ ਆ, ਨੀਂਦ ਤਾਂ ਕਹਿੰਦੇ ਸੂਲੀ ਤੇ ਵੀ ਆ ਜਾਂਦੀ ਹੈ, ਇਹੋ ਜਿਹੀ ਚੀਜ਼ ਹੈ। ਬਾਬਾ ਜੀ ਨੇ ਫਿਰ ਸੈਰ ਕਰਨ ਦਾ ਬਹਾਨਾ ਬਣਾਉਣਾ। ਬਾਬਾ ਆਨੰਦ ਸਿੰਘ ਮਹਾਰਾਜ ਨੇ ਵੀ ਇੱਥੋਂ ਤਾਂ ਇਹਨੇ ਪਰੇ ਹੋਣਾ ਹੀ ਨਹੀਂ ਸਾਡੇ ਬੂਹੇ ਅੱਗਿਓਂ, ਵੀ ਸੈਰ ਕਰ ਨਿਕਲ ਚਲੀਏ, ਉਤਨਾ ਚਿਰ ਆਰਾਮ ਕਰ ਲਵੇ। ਸਾਧ ਸੰਗਤ ਜੀ ਉਤਨਾ ਚਿਰ ਆਰਾਮ ਦਾ ਸਮਾਂ ਕੀ ਹੁੰਦਾ ਸੀ, ਰਸਤੇ ਵਿੱਚ ਹੀ ਬੋਰੀ ਵਿਛਾ ਲੈਣੀ ਜਿੱਧਰੋਂ ਬਾਬਾ ਜੀ ਗਏ ਹੁੰਦੇ ਸੀ, ਵੀ ਇਸੇ ਰਸਤੇ ਬਾਬਾ ਜੀ ਆ ਕੇ ਫਿਰ ਉਠਾ ਲੈਣਗੇ। ਉਤਨਾ ਹੀ ਸਮਾਂ ਰਸਤੇ ਵਿੱਚ ਬੋਰੀ ਵਿਛਾ ਕੇ ਲੇਟਣਾ, ਬਸ ਆਹ ਸਮਾਂ ਉਹਨਾਂ ਦਾ ਸੌਣ ਦਾ ਸੀ। ਇਸ ਕਰਕੇ ਸਤਿਗੁਰੂ ਨੇ ਮੋਹਰ ਲਾਈ ਹੈ, ਤਿੱਥੇ ਊਂਘ ਨਾ ਭੁੱਖ ਹੈ। ਨੀਂਦ ਤੇ ਭੁੱਖ ਨੂੰ ਪੂਰਨ ਤੌਰ ਤੇ ਜਿੱਤਣਾ ਪੈਂਦਾ, ਉਹਨੂੰ ਚਾਕਰੀ ਕਹਿੰਦੇ ਆ। ਮੈਂ ਇੱਥੇ ਸੰਕੋਚ ਕਰਦਾ ਕਿਉਂਕਿ ਸਮਾਂ ਨਹੀਂ ਇਜਾਜ਼ਤ ਦਿੰਦਾ। ਪ੍ਰਬੰਧਕਾਂ ਦਾ ਜਿਹੜਾ ਹੁਕਮ ਆ ਉਹਨੂੰ ਮੰਨਣਾ ਵੀ ਜ਼ਰੂਰੀ ਹੈ, ਸਮੇਂ ਦੇ ਵਿੱਚ ਰਹਿਣਾ। ਬਸ ਇਹ ਤੁਕਾਂ ਤੇ ਵਿਚਾਰ ਆਪਣੀ ਗੁਰ ਪੀਰਾਂ ਕੀ ਚਾਕਰੀ। ਬਾਬਾ ਜੀ ਨੇ ਬਾਬਾ ਆਨੰਦ ਸਿੰਘ ਜੀ ਮਹਾਰਾਜ ਅੱਗੇ 3 ਭੱਬੇ ਪੜ੍ਹੇ, ਜੋ ਗੁਰਬਾਣੀ ਦਾ ਫਰਮਾਨ ਹਰ ਕਾ ਸੇਵਕ ਸੋ ਹਰ ਜਿਹਾ, ਉਹਨਾਂ ਦਾ ਰੂਪ ਬਣ ਗਏ। ਜਦੋਂ ਕੀਰਤਨ ਦੀ ਸ਼ੁਰੂਆਤ ਹੋਈ ਹੈ ਨਾ, ਇੱਥੇ ਇੱਕ ਗੁਰਮੁਖ ਪਿਆਰੇ, ਮੈਂ ਸਪੀਕਰ 'ਚ ਹੀ ਸੁਣ ਰਿਹਾ ਸੀ, ਬਾਹਰ ਦੱਸ ਰਹੇ ਸੀ, ਬਾਬਾ ਆਨੰਦ ਸਿੰਘ ਜੀ ਮਹਾਰਾਜ ਨੂੰ ਬੰਦਗੀ ਕਰਦਿਆਂ ਨੂੰ ਗਰਮੀ ਮਹਿਸੂਸ ਹੋਈ, ਲੱਸੀ ਛਕਣ ਦਾ ਫੁਰਨਾ ਬਣਿਆ। ਬਾਹਰ ਖੜਿਆਂ ਨੂੰ ਬਾਬਾ ਈਸਰ ਸਿੰਘ ਜੀ ਨੂੰ ਫੁਰਨਾ ਬਣ ਗਿਆ ਵੀ ਬਾਬਾ ਜੀ ਨੂੰ ਲੱਸੀ ਛਕਾਈਏ, ਵੀ ਬਾਬਾ ਜੀ ਨੂੰ ਕਿਤੇ ਪਿਆਸ ਨਾ ਲੱਗੀ ਹੋਵੇ, ਵੀ ਗਰਮੀ ਬੜੀ ਹੈ। ਛਕਣ ਵਾਲੇ ਨੂੰ ਸਵਾਮੀ ਨੂੰ ਫੁਰਨਾ ਬਣ ਗਿਆ, ਤੇ ਛਕਾਉਣ ਵਾਲੇ ਨੂੰ ਸੇਵਕ ਨੂੰ ਫੁਰਨਾ ਬਣ ਗਿਆ। ਭਾਵ ਕਿ ਸੇਵਕ ਤੇ ਸਵਾਮੀ ਦਾ ਮਨ ਵੀ ਇੱਕ ਹੋ ਗਿਆ। 20 ਵਿਸਵੇ ਗੁਰ ਕਾ ਮਨ ਮਾਨੇ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ। ਗੁਰੂ ਦਾ ਮਨ ਕਿਸੇ ਦੀ ਸੇਵਾ ਤੇ 20 ਵਿਸਵੇ ਮੰਨ ਜਾਵੇ ਨਾ, ਉਹ ਸੇਵਕ ਪਰਮੇਸ਼ਰ ਦੀ ਗਤੀ ਨੂੰ ਜਾਣ ਲੈਂਦਾ। ਉਹਨਾਂ ਦਾ ਫੁਰਨਾ ਵੀ, ਗੁਰੂ ਦਾ ਫੁਰਨਾ ਵੀ ਬੁੱਝ ਲੈਂਦਾ ਵੀ ਗੁਰੂ ਨੂੰ ਕੀ ਚਾਹੀਦਾ। ਉਹ ਅੰਦਰ ਬੈਠੇ ਆ ਬੰਦਗੀ ਕਰਦੇ, ਉਹ ਬਾਹਰ ਖੜਿਆਂ ਨੂੰ ਫੁਰਨਾ ਬਣ ਗਿਆ। ਉਹਨਾਂ ਨੂੰ ਫੁਰਨਾ ਬਣ ਗਿਆ ਲੱਸੀ ਛਕਣ ਦਾ, ਉਹਨਾਂ ਨੂੰ ਫੁਰਨਾ ਬਣ ਗਿਆ ਨਾਲ ਹੀ ਲੱਸੀ ਛਕਾਉਣ ਦਾ। ਸੇਵਕ ਤੇ ਸਵਾਮੀ ਦਾ ਮਨ ਇੱਕ ਹੋ ਗਿਆ ਨਾ। ਬਸ ਇੱਥੇ ਹੀ ਗੱਲ ਨਿਬੜ ਜਾਂਦੀ ਹੈ, ਜਦੋਂ ਸੇਵਕ ਤੇ ਸਵਾਮੀ ਦਾ ਮਨ ਇੱਕ ਹੋ ਗਿਆ। ਇਸ ਤੋਂ ਪਰੇ ਕੋਈ ਗੱਲ ਰਹਿ ਹੀ ਨਹੀਂ ਜਾਂਦੀ। ਸਾਧ ਸੰਗਤ ਜੀ ਉਹੀ ਤੁਕਾਂ ਆਪਾਂ ਦੁਹਰਾ ਲਈਏ, ਕਿਉਂਕਿ ਸਮਾਂ 5 ਮਿੰਟ ਉੱਪਰ ਹੋ ਗਿਆ, ਖਿਮਾ ਕਰਿਓ। ਉਹੀ ਤੁਕਾਂ ਜਿਹੜੀਆਂ ਆਪਾਂ ਆਰੰਭ ਕੀਤੀਆਂ, ਗੁਰ ਪੀਰਾਂ ਕੀ ਚਾਕਰੀ, ਮਹਾਂਕਰੜੀ, ਸੁਖਸਾਰ, ਇਹ ਸਾਰੇ ਦੁਹਰਾ ਲਿਓ। ਤੇ ਫਿਰ ਆਨੰਦ ਸਾਹਿਬ ਦਾ ਪਾਠ ਜਿਵੇਂ ਪ੍ਰਬੰਧਕਾਂ ਨੇ ਹੁਕਮ ਕੀਤਾ, ਸੈਕਟਰੀ ਸਾਹਿਬ ਇੱਥੋਂ ਦੇ, ਤੇ ਸਾਰੇ ਇਹਨਾਂ ਤੁਕਾਂ ਨੂੰ ਇੱਕ ਵਾਰ ਦੁਹਰਾ ਲਿਓ ਤੇ ਫਿਰ ਆਨੰਦ ਸਾਹਿਬ ਦੀਆਂ ਪੌੜੀਆਂ। ਗੁਰ ਪੀਰਾਂ ਕੀ
ਚਾਕਰੀ ਮਹਾ ਕਰੜੀ ਸੁਖ ਸਾਰ। ਗੁਰ ਪੀਰਾਂ ਕੀ ਚਾਕਰੀ ਮਹਾ ਕਰੜੀ ਸੁਖ ਸਾਰ। ਕਰੜੀ ਸੁਖ ਸਾਰ ਮਹਾ ਕਰੜੀ ਸੁਖ ਸਾਰ। ਕਰੜੀ ਸੁਖ ਸਾਰ ਮਹਾ ਕਰੜੀ ਸੁਖ ਸਾਰ। ਗੁਰ ਪੀਰਾਂ ਕੀ ਚਾਕਰੀ ਮਹਾ ਕਰੜੀ ਸੁਖ ਸਾਰ। ਗੁਰ ਪੀਰਾਂ ਕੀ ਚਾਕਰੀ ਮਹਾ ਕਰੜੀ ਸੁਖ ਸਾਰ। ਕਰੜੀ ਸੁਖ ਸਾਰ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਅਗਰ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ। ਐ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਨਾ ਰੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਨਾਗਲਾ ਸੁਮਰਤ ਸੁਆਮੀ ਸੁਖ ਮਨ ਵਿਸਾਰੇ। ਸੱਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਐ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ। ਸੱਚਾ ਨਾਮ ਮੇਰਾ ਆਧਾਰੋ। ਸੁਖ ਨੇ ਵਸਿਆਜ ਨੇ ਇੱਛਾ ਸਭ ਪੁਜਾਈਆਂ। ਐ ਨਾਨਕ ਸੁਣੋ ਸੰਤੋ ਸ਼ਬਦ ਰੋ ਪਿਆਰੋ। ਸੱਚਾ ਨਾਮ ਮੇਰਾ ਆਧਾਰੋ ਬਾਜੇ। ਅਜੁੱਤ ਵਸ ਕੀਤੇ ਕਾਲ ਕੰਟਕ ਮਾਰਿਆ। ਐ ਨਾਨਕ ਤੈਸ ਕੋ ਅਤਰਨ ਹਦ ਵਾਜੇ। ਅਤਰਮ ਪ੍ਰਪਾਇਆ ਉਤਰੇ ਸਿਰ ਸੂਰੇ। ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ। ਰੰਗ ਕਰਨ ਲਾਗੇ ਬਾਜਿਆਂ ਨਾ ਤੂਰੇ। ਪੁਰਿਆ ਪ੍ਰਪੂਰੇ ਕਰਨ ਲਾਗੇ ਬਾਜਿਆਂ ਨਾ ਤੂਰੇ। ਬੋਲੋ ਸਤਨਾਮ ਸ੍ਰੀ ਵਾਹਿ ਗੁਰੂ ਜੀ। ਸ਼ਲੋਕ ਪਵਨ ਗੁਰੂ ਪਾਣੀ ਪਿਤਾ। ਮੌਤਾਂ ਧਰਤ ਮਹਤ ਦਿਵਸ ਰਾਤ ਦੋਇ ਦਾਈ ਨਾਇਆ। ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ। ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਨੀ ਨਾਮ ਤੇ ਆਇਆ ਪ੍ਰੇਮ ਸਕਤ ਕਾਲ। ਤੇ ਮੁਖ ਜਲੇ ਕੀਤੀ ਛੁੱਟੀ ਨਾਲ। ਜਿਨੀ ਨਾਮ ਤੇ ਆਇਆ ਪ੍ਰੇਮ ਸਕਤ ਕਾਲ। ਅਨਕ ਤੇ ਮੁਖ ਜਲੇ ਕੀ ਛੁੱਟੀ ਨਾਲ। ਅਰਦਾਸ ਜੀਓ ਪਿੰਡ ਸਭ ਤੇਰੀ ਰਾਸ। ਮਾਤ ਪਿਤਾ ਤੁਮ ਤੇ ਹੋਏ ਸੋ ਆਗਿਆਕਾਰੀ। ਤੁਮਰੀ ਗਤ ਮਿਤ ਸੋ ਸਦਾ ਕੁਰਬਾਨੀ। ਤੁਮਰੀ ਗਤ ਮਿਤ ਤੁਮ ਹੀ ਜਾਨੀ।
ਅਰਦਾਸ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਸ੍ਰੀ ਗੁਰੂ ਨਾਨਕ ਦੇਵ ਜੀ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ। ਰਾਮਦਾਸ ਸਿਉ ਸਹਾਇ ਅਰਜਨ ਹਾਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਆ ਜਿਸ ਡਿਠਾ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ। ਘਰ ਨੌ ਨਿਧ ਆਵੇ ਧਾਏ ਸਭ ਥਾਈ ਹੋਈ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਸੱਚੇ ਪਾਤਸ਼ਾਹ ਜੀ ਸਰਬੰਸ ਦਾਨੀ ਪਿਤਾ ਜੀਓ ਸਭ ਥਾਈ ਹੋਈ ਸਹਾਏ। ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ। ਦਸਾਂ ਪਾਤਸ਼ਾਹਾਂ ਦੇ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਗਦੀ ਜੋਤ ਹਾਜ਼ਰਾ ਹਜੂਰ ਜ਼ਹਿਰਾ ਹਜੂਰ ਕਲ ਜੁਕੇ ਬੋਇਤ ਨਾਮ ਕੇ ਜਹਾਜ। ਹਾਲਤ ਪਲਟ ਕੇ ਰੱਖਿਅਕ ਲੋਕ ਪਰਲੋਕ ਕੇ ਸਹਾਇਕ ਹਾਜ਼ਰ ਨਾਜ਼ਰ। ਦਸਾਂ ਪਾਤਸ਼ਾਹਾਂ ਦੇ ਸਰੂਪ ਜੁਗੋ ਜੁਗ ਅਟਲ ਚਵਰ ਤਖਤ ਦੇ ਮਾਲਕ ਤਿਸ ਦੇ ਪਾਠ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਕੇ ਬੋਲਣਾ ਜੀ। 10 ਪਾਤਸ਼ਾਹੀਆਂ 4 ਸਾਹਿਬਜ਼ਾਦੇ 5 ਪਿਆਰੇ 40 ਮੁਕਤੇ ਸਮੂਹ ਸੰਗਤਾਂ ਭਗਤਾਂ ਸਮੂਹ ਸਚਿਆਰਿਆਂ ਪਿਆਰਿਆਂ ਸਮੂਹ ਸਿਦਕਵਾਨਾਂ ਸ਼ਹੀਦਾਂ ਸਿੰਘਾਂ ਜੀ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ। ਸਮੂਹ ਗੁਰ ਤਖਤਾਂ ਸਮੂਹ ਗੁਰਦੁਆਰਿਆਂ ਝੰਡਿਆਂ ਬੁੰਗਿਆਂ ਨਿਸ਼ਾਨਾਂ ਜੀ ਕਾ ਧਿਆਨ ਧਰ ਕੇ ਬੋਲਣਾ ਜੀ। ਇਹ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ ਆਸ ਕਿਤਾਬ ਜੀ ਦੇ ਚਰਨ ਕਮਲਾਂ ਚ ਅਰਦਾਸ ਬੇਨਤੀ ਹੈ ਜੀ। ਦਾਸਾਂ ਦੇ ਸਿਰ 'ਤੇ ਹੱਥ ਰੱਖੋ ਕਾਮ ਕਰੋ ਲੋਭ ਮੋਹ ਹੰਕਾਰ ਤੋਂ ਬਚਾਓ। ਨਾਮਦਾਨ ਗਰੀਬੀ ਦਾਨ ਸਿੱਖੀ ਦਾਨ ਸਿਦਕ ਦਾਨ ਭਰੋਸਾ ਦਾਨ ਸ਼ਾਂਤੀ ਬਖਸ਼ੋ ਜੀ। ਤੁਹਾਡੇ ਚਰਨਾਂ ਨਾਲ ਬਣ ਆਵੇ ਸਵਾਸਾਂ ਕੇਸਾਂ ਨਾਲ ਸਿੱਖੀ ਬਖਸ਼ੋ ਪ੍ਰੇਮਾ ਭਗਤੀ ਬਖਸ਼ੋ। ਸਿਰ 'ਤੇ ਹੱਥ ਰੱਖੋ ਚਰਨਾਂ ਨਾਲ ਜੋੜ ਲਓ ਕਾਲ ਯੁਗ ਨੂੰ ਦੂਰ ਕਰੋ ਦਾਸਾਂ ਦੇ ਹਿਰਦਿਆਂ 'ਤੇ ਵਸੋ ਚਰਨਾਂ 'ਚ ਮੇਲ ਲਓ। ਟੁੱਟੀ ਗੰਢੋ ਮਿਹਰਬਾਨ ਜੀ ਟੁੱਟੀ ਗੰਢੋ ਮਿਹਰਬਾਨ ਮੈਂ ਕੀਤਾ ਨਾ ਜਾਤਾ ਹਰਾਮ ਖੋਰ। ਹਉ ਕਿਆ ਮੂੰਹ ਦੇਸਾਂ ਦੁਸ਼ਟ ਚੋਰ ਗੁਨਾਹਗਾਰ ਹੁਣ ਲੂਣ ਹਰਾਮੀ ਪਾਲਣ ਨਵ ਨਾ ਪਾਰ ਗਰਾਮੀ। ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮਿਹਰ ਪਾਉ ਡੁੱਬਦੇ ਪੱਥਰ ਤਾਰੇ। ਕੂਪ ਭਰਿਓ ਜੈਸੀ ਦਾਦਰਾ ਕੱਛ ਦੇਸ ਵਿਦੇਸ ਨਾ ਬੂ। ਜੈਸੇ ਮੇਰਾ ਮਨ ਵਿਖਿਆ ਬੇਮੋਹਿਆ ਕਛਾਰਾ ਪਾਰ ਨਾ ਸੂਝ। ਸੋਤੇ ਅਪਰਾਧ ਕਰਤ हैं जेते जननी चित ना राखस तेते। रामैया मुबारक तेरा काहे ना खंड सौगुण मेरा। सास सास हम भुलन हारे तुम समरथ गणत पारे। सारन परे की राख दयाला नानक तुमरे बाल गोपाला। सारियां दरां नूं गाह के आप जी दी दरगाह पुज्जे हाँ। मंदे हाँ चंगे हाँ तेरे हाँ तेरियां दी तैनूं लाज गरीब निवाज। ਤੇਰਿਆਂ ਦੀ ਤੈਨੂੰ ਲਾਜ ਗਰੀਬ ਨੂੰ ਬਖਸ਼ ਲਓ ਬਖਸ਼ ਲਓ ਬਖਸ਼ ਲਓ। ਨਿੱਤ ਦਾ ਮੰਗਤਾ ਆਪ ਜੀ ਦੇ ਦਰ ਅੱਗੇ ਖੜਾ ਹੈ। ਮੰਗਤੇ ਦੀ ਝੋਲੀ 'ਚ ਖੈਰ ਪਾ ਮੰਗਤਾ ਖਾਲੀ ਨਾ ਜਾਏ। ਸਾਊ ਲਾਮੇ ਦਿਨ ਕੇ ਰਾਤੀ ਮਿਲਨ ਸਹੰਸ। ਸਿਫਤ ਸਲਾਨ ਛੱਡ ਕੇ ਕਰੰਗੀ ਲੱਗਾ ਹੰਸ। ਆਪ ਜੀ ਦੇ ਦਰ ਦੀ ਸਿਫਤ ਮੇਰੇ ਮੂੰਹ 'ਚ ਪਾਓ ਮਰੇ ਨੂੰ ਜਿੰਦਾ ਕਰੋ ਮੈਂ ਗੁਣ ਗਾਵਾਂ ਦਿਨ ਰਾਤ। ਵਾਹ ਵਾਹ ਨਿਰੰਕਾਰ ਬਾਬਾ ਜੀ ਨਾ ਵਿਸਰੋ ਨਾ ਵਿਸਾਰੋ ਨਾ ਭੁੱਲੋ ਨਾ ਭੁਲਾਓ। ਆਪ ਦਿਆਂ ਨੂੰ ਆਪ ਦੇ ਕਰੋ ਸਿਰ 'ਤੇ ਹੱਥ ਰੱਖੋ ਸਮੱਤ ਬਖਸ਼ੋ ਸਿੱਧੇ ਰਸਤੇ ਪਾਓ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ ਹੈ। ਸਤਿਗੁਰ ਜੀਓ ਆਪ ਜੀ ਨੇ ਮਹਾਨ ਕਿਰਪਾ ਕੀਤੀ। ਸਤਿਗੁਰ ਜੀਓ ਆਪਣੀ ਪਿਆਰੀ ਸੰਗਤ ਨੂੰ ਬਲ ਉਦਮ ਬਖਸ਼ਿਆ। ਆਪ ਜੀ ਦੇ ਦਰੋਂ ਘਰੋਂ ਵਰਸਾਏ। ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਸਤਿਗੁਰ ਜੀਓ ਧੰਨ 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 ਜਨ ਆਇਆ। ਜਿਸ ਪ੍ਰਸਾਦ ਸਭ ਜਗਤ ਤਰਾਇਆ। ਉਹ ਸਰੂਪ ਸੰਤਨ ਕਹਿ ਵਿਰਲੇ ਜੋਗੀਸਰ। ਕਰ ਕਿਰਪਾ ਤਾਂ ਕੋ ਮਿਲੇ ਧੰਨ ਧੰਨ ਤੇ ਈਸ਼ਰ ਸਤਿਗੁਰ ਜੀਓ ਆਪ ਜੀ ਦੇ ਦਰੋਂ ਘਰੋਂ ਵਰਸਾਏ। ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਦੇ ਸਤਿਗੁਰੂ ਜੀਓ ਜਨਮ ਦਿਨ ਨੂੰ ਮਨਾਉਂਦੀਆਂ ਹੋਈਆਂ ਸਮੁੱਚੀਆਂ ਸੰਗਤਾਂ ਸਤਿਗੁਰੂ ਜੀ ਆਪ ਜੀ ਦੇ ਪਾਵਨ ਪਵਿੱਤਰ ਸਰੂਪ ਨਗਰ ਕੀਰਤਨ ਦੇ ਰੂਪ ਵਿੱਚ ਸਤਿਗੁਰੂ ਜੀ ਖੁੱਲ੍ਹੇ ਪੰਡਾਲਾਂ ਵਿੱਚ ਲਿਆਂਦੇ ਗਏ। ਸਤਿਗੁਰੂ ਜੀ ਆਪ ਜੀ ਨੇ ਮਹਾਨ ਕਿਰਪਾ ਕੀਤੀ। ਕੀਰਤਨ ਦਰਬਾਰ ਸਜਾਏ ਗਏ। ਸਤਿਗੁਰੂ ਜੀ ਕਥਾ ਵਿਚਾਰਾਂ ਹੋਈਆਂ।
ਗਰੀਬ ਨਿਵਾਸ 'ਚ ਪਾਤਸ਼ਾਹ ਜੀਓ ਬਾਣੀ ਪੜ੍ਹਦਿਆਂ ਕਥਾ ਵਿਚਾਰਾ ਕਰਦਿਆਂ ਹੋਇਆਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ। ਸਤਿਗੁਰੂ ਜੀ ਬਖਸ਼ ਲੈਣਾ ਜੀ, ਅੱਗੋਂ ਅਤੇ ਸੋਝੀ ਸਮੱਤ ਬਖਸ਼ਣੀ। ਸੋਤੇ ਸਪਸ਼ਟ ਬਾਣੀ ਪੜ੍ਹਨ ਦੀ, ਸੇਵਾ ਕਰਨ ਦੀ ਬਲ ਉਦਮ ਬਖਸ਼ਣਾ। ਸਤਿਗੁਰੂ ਜੀਓ ਆਪ ਜੀ ਆਪਣੇ ਦਰਾਂ ਘਰੋਂ ਨਾਮ ਦੀਆਂ ਦਾਤਾਂ ਬਖਸ਼ਣੀਆਂ। ਸਤਿਗੁਰੂ ਜੀ ਸਮੁੱਚੇ ਸਮਾਗਮਾਂ ਵਿੱਚ ਜਿਸ ਮਾਈ ਭਾਈ ਨੇ ਸਤਿਗੁਰੂ ਜੀਓ ਤਿਲ ਫੁੱਲ ਦੀ ਸੇਵਾ ਕੀਤੀ ਹੈ, ਸਤਿਗੁਰੂ ਜੀ ਸਭ ਦੀ ਸੇਵਾ ਨੂੰ ਭਾਗ ਲਾਵਣੇ, ਆਪਣੇ ਦਰਾਂ ਘਰੋਂ ਖੁਸ਼ੀਆਂ ਬਖਸ਼ਣੀਆਂ। ਸਤਿਗੁਰੂ ਜੀ ਚੜ੍ਹਦੀਆਂ ਕਲਾਂ ਬਖਸ਼ਣੀਆਂ। ਗਰੀਬ ਨਿਵਾਸ ਸਮੁੱਚੀ ਸੰਗਤ ਨੂੰ ਆਪਣੇ ਦਰੋਂ ਘਰੋਂ ਨਾਮ ਦੀਆਂ ਦਾਤਾਂ ਬਖਸ਼ਣੀਆਂ। ਅੰਮ੍ਰਿਤ ਵੇਲਾ ਬਖਸ਼ਣਾ, ਅੰਮ੍ਰਿਤ ਦੀਆਂ ਦਾਤਾਂ ਬਖਸ਼ਣੀਆਂ। ਗੁਰਸਿੱਖੀ ਜੀਵਨ ਬਖਸ਼ਣਾ, ਸੇਵਾ ਸਿਮਰਨ ਦੀ ਦਾਤ ਬਖਸ਼ਣੀ, ਦੇਹ ਰੋਗਤਾ ਦੇ ਦਾਨ ਬਖਸ਼ਣੇ, ਤੰਦਰੁਸਤੀਆਂ ਬਖਸ਼ਣੀਆਂ। ਸਤਿਗੁਰੂ ਜੀਓ ਚੜ੍ਹਦੀਆਂ ਕਲਾਂ ਬਖਸ਼ਣੀਆਂ। ਗਰੀਬ ਨਿਵਾਸ 'ਚ ਪਾਤਸ਼ਾਹ ਜੀ ਐ ਸੁਖਤਾਪ ਜੀ ਦੀ ਹਜ਼ੂਰੀ 'ਚ 6 ਪੌੜੀ ਆਨੰਦ ਸਾਹਿਬ ਜੀ ਦੇ ਪਾਠ 'ਚ ਕੀ ਅਰਦਾਸ। ਅੱਖਰ ਲਾ ਕੰਨਾ ਤੁਕ ਭੁੱਲ ਚੁੱਕ ਮੁਆਫ, ਆਪ ਜੀ ਦੇ ਚਰਨ ਕਮਲਾਂ ਪਾਸ। ਸਤਿਗੁਰੂ ਜੀ ਆਪ ਜੀ ਕਿਰਪਾ ਕਰੋ, ਆਪਣੇ ਪਾਵਨ ਪਵਿੱਤਰ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਨਦਰੀ ਨਦਰ ਨਿਹਾਲ ਕਰੋ ਜੀ। ਹੁਕਮਨਾਮੇ ਦੇ ਚੱਲਣ ਦਾ ਬਲ ਉਦਮ ਬਖਸ਼ਣਾ। ਸਤਿਗੁਰੂ ਜੀ ਐ ਸੁਖਤਾਪ ਜੀ ਦੀ ਹਜ਼ੂਰੀ 'ਚ ਆਪ ਜੀ ਦੀ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਪਵਿੱਤਰ ਕੜਾਹ ਪ੍ਰਸ਼ਾਦਾ ਦੇਗਾ ਸੱਚ ਕੇ ਹਾਜ਼ਰ ਹੈ। ਅਨੇਕ ਪ੍ਰਕਾਰ ਭੋਜਨ ਬਹੁ ਕੀਏ, ਬਹੁ ਬਿੰਜਨ ਮਿਸਟਾਏ, ਕਰੀ ਪਾਕਸਾਲ ਸੋਚ ਪਵਿੱਤਰਾ, ਹੁਣ ਲਾਵੋ ਭੋਗ ਹਰ ਰਾਏ। ਆਪ ਜੀ ਨੂੰ ਭੋਗ ਲੱਗੇ ਜੀ। ਆਪ ਜੀ ਦਾ ਸਿਹਤ ਪ੍ਰਸਾਦ ਪਿਆਰੀ ਸੰਗਤ 'ਚ ਵਰਤੇ, ਜੋ ਛਕੇ ਸਤਨਾਮ ਸ਼੍ਰੀ ਵਾਹਿਗੁਰੂ 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 ਜਪੇ। ਸਤਿਗੁਰੂ ਜੀਓ ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ, ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਕਦਮ ਕਦਮ ਸਵਾਸ ਸਵਾਸ ਲੇਖੇ ਲਾਉਣੇ। ਸਤਿਗੁਰੂ ਜੀ ਆਪਣੇ ਦਰੋਂ ਘਰੋਂ ਖੁਸ਼ੀਆਂ ਬਖਸ਼ਣੀਆਂ। ਗਰੀਬ ਨਿਵਾਜ ਸਾਰਾ ਭੁੱਲਾਂ ਮਾਫ ਕਰਨੀਆਂ ਜੀ, ਸਿੱਧੇ ਰਸਤੇ ਪਾਣਾ ਸੁਮਤ ਬਖਸ਼ਣੀ। ਔਗੁਣ ਨਾ ਚਿਤਾਰਨੇ, ਸਹਿ ਗੁਰਮੁਖ ਪਿਆਰੇ ਮਿਲਨੇ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਸ਼੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਬੋਲੇ ਸੋ ਨਿਹਾਲ। ਸ੍ਰੀ ਵਾਹਿਗੁਰੂ ਗੁਰੂ ਜੀ ਇੱਕ ਓੰਕਾਰ, ਸਤਿਗੁਰ ਪ੍ਰਸਾਦ। ਸ਼ਲੋਕ ਮਹੱਲਾ ਤੀਜਾ। ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁਖ ਨ ਲੱਗੈ ਆਏ। ਜਮਨ ਮਰਣਾ ਮਿਟ ਗਿਆ, ਕਾਲੈ ਕਾ ਕਿਛ ਨਾ ਬਸਾਏ। ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁਖ ਨ ਲੱਗੈ ਆਏ। ਜਮਨ ਮਰਣਾ ਮਿਟ ਗਿਆ, ਕਾਲੈ ਕਾ ਕਿਛ ਨਾ ਬਸਾਏ।
ਹਰ ਸੇਤੀ ਮਨ ਰਵ ਰਵ ਰਹਿਆ ਸੱਚੇ ਰਹਿਆ ਸਮਾਏ ਨਾਨਕ ਹੋਂ ਬਲਿਹਾਰੀ ਤਿਨ ਕੋ ਕੋ ਜੋ ਚੱਲਣ ਸਤਿਗੁਰ ਪਾਏ ਮਹਲਾ ਤੀਜਾ ਬਿਨ ਸ਼ਬਦੈ ਸੁਧ ਨ ਹੋਵਈ ਹੋਵਾਏ ਜੇ ਅਨੇਕ ਕਰੈ ਸਿੰਗਾਰ ਫਿਰ ਕੀ ਸਾਰ ਨ ਜਾਣਈ ਨਾਏ ਦੂਜੈ ਭਾਏ ਪਿਆਰਾ ਸਾ ਕੋ ਸੁਧ ਸਾ ਕੋ ਲਖਣੀ ਕਣੀ ਨਾਨਕ ਨਾਰੇ ਵਿੱਚ ਕੁਨਾਰਾ ਪੌੜੀ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬੈਣੀ ਹਰ ਨਾਮ ਧਿਆਈ ਹਰ ਉਚਰਾ ਹਰ ਲਾ ਲੈਣੀ ਜੋ ਜਪਦੇ ਹਰ ਹਰ ਦਿਨ ਦਿਨ ਸਰਾਤ ਤਿਨ ਹੋ ਕੋਰ ਬੈਣੀ ਜਿਨਾ ਸਤਿਗੁਰ ਮੇਰਾ ਪਿਆਰਾ ਪਿਆਰਾ ਆਰਾਧਿਆ ਤਿਨ ਜਨ ਦੇਖਾ ਨੈਣੀ ਹਉ ਵਾਰਿਆ ਆਪਣੇ ਗੁਰੂ ਗੁਰੂ ਕੋ ਕੋ ਜਿਨ ਮੇਰਾ ਹਰ ਸੱਜਣ ਮਿਲਿਆ ਸੈਣੀ ਜਿਨਾ ਸਤਿਗੁਰ ਮੇਰਾ ਪਿਆਰਾ ਆਰਾਧਿਆ ਤਿਨ ਜਨ ਦੇਖਾ ਨੈਣੀ ਹਉ ਵਾਰਿਆ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮਿਲਿਆ ਸੈਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।